ਬੱਚੀ ਆਪ ਜੀ ਨੂੰ ਸ਼ਬਦ ਵਿਚਾਰ ਸਰਵਨ ਕਰਾਏਗੀ। ਸੋ ਅਸੀਂ ਬੜੇ ਪਿਆਰ ਨਾਲ ਇਸ ਬੱਚੀ ਦੇ ਪਾਸੋਂ ਸ਼ਬਦ ਵਿਚਾਰ ਸਰਵਨ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਲਾ ਪਹਿਲਾ। ਵਦੀ ਸੁਵ ਜਗ ਨਾਨਕਾ, ਸੱਚਾ ਵੇਖੈ ਸੋਈ। सबनी छाला मारिया, करता करे सोई। वदी सुव जग नानका, सच्चा वेखै सोई। सबनी छाला मारिया, करता करे सोई। अगे जात न जोर है, अगे जियो नवे। जिनकी लेखे पत पवै, चंगे से के। अगे जात न जोर है, अगे जियो नवे। जिनकी लेखे पत पवै, चंगे से के। वाहिगुरु जी का खालसा, वाहिगुरु जी की फतेह। ਇਹ ਪਾਵਨ ਪਵਿੱਤਰ ਪੰਕਤੀਆਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਹਨ। ਇਸ ਸ਼ਬਦ ਵਿੱਚ, ਇਸ ਪੰਕਤੀਆਂ ਵਿੱਚ ਗੁਰੂ ਸਾਹਿਬ ਸਾਨੂੰ ਵਿਸ਼ੇਸ਼ ਉਪਦੇਸ਼ ਦੇਣਾ ਚਾਹੁੰਦੇ ਹਨ। ਆਓ ਸ਼ਬਦ ਵਿਚਾਰ ਰਾਹੀਂ ਸਮਝਦੇ ਹਾਂ ਉਹ ਸਾਨੂੰ ਕੀ ਸਮਝਾਉਣਾ ਕਰਦੇ ਹਨ। ਮਨੁੱਖ ਨੂੰ ਪਰਮਾਤਮਾ ਦੇ ਹੁਕਮ ਉੱਤੇ ਹੀ ਟੇਕ ਰੱਖਣੀ ਚਾਹੀਦੀ ਹੈ। परमात्मा का हुक्म ही हर वेले वापर रहा है, ਉਹਦਾ हुक्म ही वरतदा है। ਉਹਦੇ हुक्म तो बाहर कुछ भी नहीं वापरदा। ਉਹਦਾ हुक्म सदा बलवान ते बलशाली है। मनुख की अपनी चतुराई, अपनी हौ ते मनुख का यह भरम कि मैं कुछ हाँ, उसके हुक्म के सामने कुछ भी नहीं। शब्द गुरु साहब ने वरते हैं, वदी सो वजग। वदी का अर्थ है मिथी हुई, जो कि पहला तो तय है। पहला तो तय की है परमात्मा दा हुक्म। परमात्मा दा हुक्म पहला तो तय है, ਉਹੀ ਮਿਥਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਨੇ ਵਦੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਈ। ਭਾਵ ਉਹੀ ਵਜਗ ਵਜੇਗੀ, ਹੋਏਗੀ, ਵਾਪਰੇਗੀ ਜੋ ਕਿ ਪਹਿਲਾਂ ਤੋਂ ਤੈਅ ਹੈ। ਜੋ ਮਿਥਿਆ ਹੋਇਆ ਹੈ ਉਹੀ ਹੋਏਗਾ। उसदे हुक्म नू कोई टाल नहीं सकेगा। हुक्म अंदर सब को, बाहर हुक्म ना कोई। नानक हुक्म जे बुझै, ता हऊँ मैं कहे ना कोई। उसदे हुक्म दे विच साडे मन विच जिहड़े भी ख्यालात आउंदे ने, विचार आउंदे ने, फुरने उपदे ने, ते जद उन्हां फुरनियां मुताबक कुछ सही वापर जांदा है, जां इहो कह लो कि फुरने सही हो जांदे ने, तां जिहड़ा मनुख हैगा ना ਉਹ ਬੜਾ ਗੁਰੂਰ ਕਰਨ ਲੱਗ ਪੈਂਦਾ ਹੈ। ਉਹ ਸੋਚਦਾ ਹੈ ਮੈਂ ਕੁਝ ਹਾਂ, ਮੈਂ ਹੀ ਕਰਨ ਵਾਲਾ ਹਾਂ, ਮੈਂ ਸਭ ਕੁਝ ਹਾਂ, ਅਤੇ ਉਹ ਬੜਾ ਭਰਮ ਕਰ ਲੈਂਦਾ ਹੈ। ਪਰ ਉਸਦਾ ਇਹ ਭਰਮ ਉਸਦੀ ਸਭ ਤੋਂ ਵੱਡੀ ਮੂਰਖਤਾ ਹੁੰਦੀ ਹੈ ਕਿ ਅਗਰ ਉਸਦੇ ਕਹਿਣ 'ਤੇ ਕੋਈ ਕੰਮ ਹੋ ਗਿਆ ਉਸਦੀ ਮਰਜ਼ੀ ਮੁਤਾਬਕ, ਤਾਂ ਫਿਰ ਅੱਗੇ ਉਹਦੀ ਮਰਜ਼ੀ ਮੁਤਾਬਕ ਹੀ ਚੱਲੇਗਾ। ਇਹ ਤਾਂ ਸਭ ਤੋਂ ਵੱਡੀ ਮੂਰਖਤਾ ਹੋਈ। ਗੁਰੂ ਸਾਹਿਬ ਕਹਿੰਦੇ ਨੇ ਮਤਾ ਕਰੈ ਪੱਛਮ ਕਹਿ ਤਾਈ, पूरब ही लै जात। कई बार इस तरह नहीं वापरेगा जिहो जिहा मनुख सोच रहा होवेगा, कई बार उस तो बिल्कुल उल्टा ही वापर जाएगा। उदाहरण के तौर पर मनुख सोच रहा होएगा मैं इधर नूं जाना है, पर कुछ हालात, कुछ सिचुएशन इहो जी बन जाएगी कि उन्होंने बिल्कुल उस तो उल्टे रुखी तुरना पै जाएगा। तो गुरु साहब कहते ने जिहड़ा मनुख है उन्होंने वो पल ते याद रह जाते हैं जद उसकी मर्जी मुताबक सारा कुछ वापरिया सी, तो वह बड़ा गुरूर करन लग पैंदा है। पर वो पल भुल जाता है जद उसकी मर्जी मुताबक कुछ भी नहीं होया सी। खिन मैं थाप उथापन हारा, वो खिन विच ही थाप सकता है तो खिन विच ही उथाप थापे हुए दा उल्टा भी कर सकता है। आपन हाथ मतात, सारे फैसले, साडी सोच, साडी सलाह सब उसके अपने हथ विच ही डिपेंड करती है। नेचर दे वास्ते साडा कोई भी मता पकाया होया हो भी सकता है ते नहीं भी, पर परमात्मा दा हुक्म जो कि पहला तो तय है, उसके हुक्म दे विच कदे भी कोई भी अड़चन नहीं आउंदी।
ਇਹ ਹੋਈ ਦੋ ਗੱਲਾਂ ਜਿਹੜੀ ਗੁਰੂ ਸਾਹਿਬ ਆਖਦੇ ਨੇ। ਵਦੀ ਸੋ ਵਜਹ ਗਿਆਨ ਕਾ ਸੱਚਾ ਵੇਖੈ ਸੋਏ। ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਹੈ ਤੇ ਉਸ ਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਉਹਨੇ ਆਪਣੀ ਕੁਦਰਤ ਸਾਜੀ ਏ ਤੇ ਆਪਣੀ ਕੁਦਰਤ ਨੂੰ ਉਹ ਆਪ ਹੀ ਸਾਂਭਰਿਆ ਹੈ। ਇਹੋ ਜਿਹਾ ਨਹੀਂ ਏ ਕਿ ਕੁਦਰਤ ਬਣਾਉਣ ਵਾਲਾ ਕੋਈ ਹੋਰ ਏ, ਉਹਨੂੰ ਸਾਂਭਣ ਵਾਲਾ ਕੋਈ ਹੋਰ ਤੇ ਉਹਨੂੰ ਮਾਰਨ ਵਾਲਾ ਕੋਈ ਹੋਰ ਏ। ਕਈ ਮਤਾਂਤਰਾਂ ਅਨੁਸਾਰ ਇਹ ਗੱਲਾਂ ਹੈਗੀਆਂ ਨੇ ਕਿ ਮੀਂਹ ਪੈਦਾ ਕੋਈ ਹੋਰ ਕਰਦਾ ਹੈ ਤੇ ਧਰਤੀ 'ਚੋਂ ਅੰਨ ਕੋਈ ਹੋਰ ਪੈਦਾ ਕਰਦਾ ਹੈ, ਪਰ ਇਹ ਗੱਲਾਂ ਸੱਚ ਨਹੀਂ ਹੈਗੀਆਂ। ਜੇਕਰ ਇਹ ਸੱਚ ਹੁੰਦੀਆਂ ਤਾਂ ਇਹ ਬੜੇ ਵਿਚਾਰ ਦੀ ਗੱਲ ਏ। ਉਹਨਾਂ ਨੂੰ ਪਾਣੀ ਰੋਜ਼ੀ ਦੇਣ ਵਾਲਾ, ਉਹਨਾਂ ਨੂੰ ਪੈਦਾ ਕਰਨ ਵਾਲਾ ਤੇ ਉਹਨਾਂ ਨੂੰ ਮਾਰਨ ਵਾਲਾ ਕੌਣ ਹੈਗਾ ਹੈ? ਗੁਰੂ ਸਾਹਿਬ ਕਹਿੰਦੇ ਨੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੀ ਏ ਜਿਨੇ ਇਸ ਕੁਦਰਤ ਨੂੰ ਬਣਾਇਆ ਹੈ, ਜੋ ਇਸ ਸ੍ਰਿਸ਼ਟੀ ਦਾ ਰਚੇਤਾ ਹੈ ਤੇ ਉਹ ਆਪਣੀ ਸਾਜੀ ਹੋਈ ਕੁਦਰਤ ਨੂੰ ਆਪ ਹੀ ਸਾਂਭਦਾ ਪਿਆ ਹੈ। ਉਹਨੂੰ ਕਿਸੇ ਕਰਮਚਾਰੀ ਦੀ, ਕਿਸੇ ਦੀ ਹੈਲਪ ਦੀ ਕੋਈ ਵੀ ਲੋੜ ਨਹੀਂ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ। ਗੁਰੂ ਸਾਹਿਬ ਫਰਮਾਉਂਦੇ ਹਨ, ਸਭਨੀ ਛਾਲਾ ਮਾਰਿਆ ਕਰਤਾ ਕਰੇ ਸੋ ਹੋਏ। ਸਭਨੀ ਦਾ ਅਰਥ ਹੈ ਸਾਰੇ ਮਨੁੱਖ। ਸਾਰੇ ਮਨੁੱਖ ਆਪਣੇ ਮਨ ਦਾ ਤਾਣ ਲਾਉਂਦੇ ਨੇ ਤੇ ਮਨੁੱਖ ਹੈ, ਮਨੁੱਖ ਦੀ ਫਿਤਰਤ ਵੀ ਹੈ। ਮਨੁੱਖੀ ਫਿਤਰਤ ਦਾ ਇਹ ਭਰਮ ਵੀ ਹੈ ਕਿ ਮੈਂ ਕੁਝ ਵੱਖਰਾ ਹਾਂ, ਮੈਂ ਇਸ ਕੁਦਰਤ ਨਾਲੋਂ ਕੁਝ ਵੱਖਰਾ ਹਾਂ, ਕਾਦਰਾਂ ਨਾਲੋਂ ਕੁਝ ਵੱਖਰਾ ਹਾਂ ਤੇ ਇਸ ਕਰਕੇ ਉਸ ਦੇ ਮਨ ਦੇ ਅਗਿਆਨ ਦੇ ਉੱਤੇ ਭਰਮ ਪੈਦਾ ਹੋ ਜਾਂਦਾ ਹੈ। ਛਾਲਾ ਮਾਰਿਆ, ਛਾਲਾ ਮਾਰਿਆ ਦਾ ਅਰਥ ਹੈ ਦਾਅਵੇ ਬਣਨੇ। ਇਹ ਸਾਡੀ ਬੋਲੀ ਦੇ ਕੁਝ ਮੁਹਾਵਰੇ ਹੈਗੇ ਨੇ ਜਿਹੜੇ ਕਿ ਜਦ ਵੀ ਕੋਈ ਬੰਦਾ ਆਪਣੀ ਸਮਰੱਥਾਵਾਂ ਤੋਂ ਵੱਧ ਕੇ ਗੱਲਾਂ ਕਰਦਾ ਹੈ ਤਾਂ ਅਸੀਂ ਉਹਨੂੰ ਆਖਦੇ ਹਾਂ ਤੂੰ ਬਹੁਤੀਆਂ ਛਾਲਾਂ ਨਾ ਮਾਰਿਆ ਕਰ, ਜਾਂ ਫਿਰ ਅਸੀਂ ਉਹਨੂੰ ਕਹਿੰਦੇ ਹਾਂ ਅੱਜਕੱਲ ਤੇ ਤੂੰ ਬਹੁਤ ਉੱਚਾ ਉੱਡਦਾ ਪਿਆ ਹੈ। ਭਾਵ ਹੁੰਦਾ ਹੀ ਤੇਰੇ ਪੈਰ ਤੇ ਜ਼ਮੀਨ ਤੇ ਨਹੀਂ ਟਿਕਦੇ। ਭਾਵ ਮਨੁੱਖ ਆਪਣੀ ਸਮਰੱਥਾਵਾਂ ਤੋਂ ਵੱਧ ਕੇ ਗੱਲਾਂ ਕਰਦਾ ਪਿਆ ਹੈ ਤੇ ਉਹ ਇਸ ਕੁਦਰਤ ਦੇ ਸੱਚ ਨੂੰ ਪਛਾਣ ਨਹੀਂ ਰਿਹਾ ਹੈ। ਫਿਰ ਗੁਰੂ ਸਾਹਿਬ ਫਰਮਾਉਂਦੇ ਹਨ, ਜਿਨ ਅੱਗੇ ਜਾਤ ਨਜੋਰ ਹੈ ਅੱਗੇ ਜਿਉ ਨਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਮਨੁੱਖ ਹੈਗਾ ਹੈ ਉਹ ਸਾਰੀ ਜ਼ਿੰਦਗੀ ਇਸ ਬਿਰਾਦਰੀ ਤੇ ਸਟੇਟਸ ਦੀ ਹਉਮੈ ਵਿੱਚ ਹੀ ਲੱਗਿਆ ਰਹਿੰਦਾ ਹੈ। ਫਿਰ ਉਹ ਕੱਲ੍ਹ ਹੀ ਇਹਦੀ ਹਉਮੈ ਹੀ ਕਰਦਾ ਰਹਿੰਦਾ ਹੈ। ਜਾਤ ਪਾਤ, ਸਿਫਾਰਿਸ਼ਾਂ, ਧੱਕੇ, ਉਹ ਇਹ ਸਭ ਹੀ ਕਰਦਾ ਰਹਿੰਦਾ ਹੈ। ਪਰ ਪਰਮਾਤਮਾ ਦੇ ਦਰ ਦੇ ਉੱਤੇ ਇਹ ਸਭ ਧੱਕੇ, ਸਿਫਾਰਿਸ਼ਾਂ, ਜਾਤ ਪਾਤ ਦਾ ਰੌਲਾ ਕੁਝ ਵੀ ਕੰਮ ਨਹੀਂ ਆਉਂਦਾ। ਅੱਗੇ ਜਿਉ ਨਵੇਂ। ਫਿਰ ਗੁਰੂ ਸਾਹਿਬ ਕਹਿੰਦੇ ਨੇ ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਵੇਲੇ ਵਿੱਚ ਤੇਰਾ ਜਿਨ੍ਹਾਂ ਦੇ ਨਾਲ ਵੀ ਵਾਹ ਪਏਗਾ, ਜਿਹੜੇ ਵੀ ਤੈਨੂੰ ਲੋਕੀ ਮਿਲਣਗੇ ਉਹ ਤੇਰੇ ਵਾਸਤੇ ਨਵੇਂ ਹੋਣਗੇ ਤੇ ਤੂੰ ਉਹਨਾਂ ਵਾਸਤੇ ਨਵਾਂ ਹੋਏਗਾ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਕਿ ਅਸੀਂ ਉਦਾਹਰਣ ਦੇ ਤੌਰ ਤੇ ਇਹ ਕਹੀਏ, ਜਦ ਅਸੀਂ ਕਿਸੇ ਦੂਜੀ ਸਟੇਟ 'ਚ ਜਾਂਦੇ ਹਾਂ ਤੇ ਉੱਥੇ ਦੇ ਜਿਹੜੇ ਲੋਕ ਹੁੰਦੇ ਨੇ ਉਹ ਸਾਡੇ ਵਾਸਤੇ ਨਵੇਂ ਹੁੰਦੇ ਨੇ ਤੇ ਅਸੀਂ ਉਹਨਾਂ ਵਾਸਤੇ ਨਵੇਂ ਹੁੰਦੇ ਹਾਂ। ਉੱਥੇ ਸਾਡੀ ਬਿਰਾਦਰੀ, ਸਾਡਾ ਸਟੇਟਸ, ਸਾਡੀ ਜਾਤ ਪਾਤ ਕੁਝ ਵੀ ਮਾਇਨੇ ਨਹੀਂ ਰੱਖਦੀ। ਉੱਥੇ ਮਾਇਨੇ ਰੱਖਦਾ ਹੈ ਸਾਡਾ ਕਰਮ, ਸਾਡਾ ਬੋਲ ਚਾਲ, ਸਾਡਾ ਰਹਿਣ ਸਹਿਣ। ਉੱਥੇ ਸਾਡਾ ਸਟੇਟਸ, ਸਾਡਾ ਉਹ ਕਰਮ ਹੈ ਜੋ ਕਿ ਅਸੀਂ ਉੱਥੇ ਕਰਾਂਗੇ। ਸਾਡਾ ਮੋਟਿਵ, ਜਿਸ ਵਾਸਤੇ ਅਸੀਂ ਉੱਥੇ ਗਏ ਹਾਂ, ਅਸੀਂ ਉਸ ਨੂੰ ਕਿਸ ਤਰ੍ਹਾਂ ਕਰਦੇ ਹਾਂ। ਬਿਲਕੁਲ ਐਸੇ ਤਰ੍ਹਾਂ ਹੀ ਪਰਮਾਤਮਾ ਦੇ ਦਰ ਦੇ ਉੱਤੇ ਵੀ ਮਾਇਨੇ ਰੱਖਦਾ ਹੈ ਸਾਡਾ ਅਮਲ। ਉੱਥੇ ਬਿਰਾਦਰੀ ਦਾ ਕੋਈ ਰੌਲਾ ਨਹੀਂ। ਅਮਲ ਜੋ ਕਿ ਸਾਡੇ ਵਾਸਤੇ ਨਵਾਂ ਹੈ ਤੇ ਅਸੀਂ ਅਮਲ ਵਾਸਤੇ। ਗੁਰੂ ਸਾਹਿਬ ਕਹਿੰਦੇ ਨੇ ਕਿ ਅਮਲ ਜਿਹੜਾ ਹੈ ਨਾ, ਉਸ ਦੀ ਜਿਹੜੀ ਨਕੋਰ ਹੈ ਉਹ ਨਵੀਂ ਹੈ। ਅਮਲ ਨਕੋਰ ਹੈ ਤੇ ਨਵਾਂ ਹੈ। ਉਸ ਦੀ ਕਸੌਟੀ ਉੱਤੇ ਖਰੇ ਉਤਰਨ ਵਾਲੇ ਨੂੰ ਹੀ ਪਰਮਾਤਮਾ ਚੰਗਾ ਸਮਝਦਾ ਹੈ। ਜਿਹੜੇ ਵੀ ਮਨੁੱਖ ਅਸੀਂ ਹੈਗੇ ਹਾਂ ਉਹ ਸਾਰੀ ਜ਼ਿੰਦਗੀ ਬਿਰਾਦਰੀ ਦੀ ਹਉਮੈ ਹੀ ਕਰਦੇ ਰਹਿੰਦੇ ਹਾਂ ਤੇ ਅਸੀਂ ਸ਼ੁੱਧ ਕਰਮ ਕਦੀ ਵੀ ਨਹੀਂ ਕਮਾਇਆ, ਕਦੇ ਵੀ ਸ਼ੁੱਧ ਅਮਲ ਕਮਾਇਆ ਹੀ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਨੇ ਜਿਨ ਅੱਗੇ ਜਾਤ ਨ ਜੋਰ ਹੈ ਅੱਗੇ ਜਿਉ ਨਵੇ। ਜਿਨ ਕੀ ਲੇਖੈ ਪਦ ਪਵੈ ਚੰਗੇ ਸੇਈ ਕੇ। ਮਨੁੱਖ ਨੂੰ ਸਾਰੀ ਜ਼ਿੰਦਗੀ ਹਉਮੈ ਕਰਨ ਦੀ ਕੋਈ ਲੋੜ ਨਹੀਂ। ਜਿਹੜਾ ਮਨੁੱਖ ਹਉਮੈ ਨੂੰ ਛੱਡ ਕੇ ਪੂਰੀ ਜ਼ਿੰਦਗੀ ਇੱਜ਼ਤ ਕਮਾਉਂਦਾ ਹੈ, ਪਰਮਾਤਮਾ ਦੇ ਭਾਣੇ ਨੂੰ ਸਮਝਦਾ ਹੈ ਤੇ
ਉਹਦੇ ਭਾਣੇ ਨੂੰ ਰਜ਼ਾ ਨੂੰ ਸਮਝ ਕੇ ਹੀ ਸਾਰੇ ਕੰਮ ਕਰਦਾ ਹੈ। ਉਹ ਚੰਗੇ ਸਹੀ ਕਿ ਉਹ ਮਨੁੱਖ ਸਭ ਤੋਂ ਚੰਗਾ ਹੈ, ਸੰਸਾਰ ਵਿੱਚ ਉਸ ਤੋਂ ਚੰਗਾ ਕੋਈ ਹੋਰ ਨਹੀਂ ਹੈ। ਐਸੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ ਚਾਹਾਂਗੀ। ਪੁੱਲਾ ਚੱਕਾ ਦੀ ਖਿਮਰਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।